4 ਸਾਲ ਦੇ ਵਿੱਚ ਸਭ ਕੁਝ ਸ਼ਾਂਤਮਈ ਸੀ ਤੇ ਅਚਾਨਕ ਇਸ ਤਰ੍ਹਾਂ ਦਾ ਹੋਣਾ ਤੇ ਬੱਚੇ ਦਾ ਫੋਨ ਕਰਕੇ ਦਿਲ ਨੂੰ ਦਹਿਲਾ ਦੇਣ ਵਾਲੀ ਗੱਲ ਦੱਸਣੀ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਜਦੋਂ ਪਹਿਲੀ ਵਾਰ ਤੁਹਾਨੂੰ ਦੱਸਿਆ? बहुत मुश्किल हालात रहे हैं उन्होंने वास्ते क्योंकि ਹਰੇਕ 15-20 ਮਿੰਟ ਬਾਅਦ ਖਾਰਕੀਵ ਤੇ ਇੱਕ ਧਮਾਕਾ ਖਾਰਕੀਵ ਦੇ ਸ਼ਹਿਰ ਦੇ ਵਿੱਚ ਸੀਗੇ ਉਹ ਤੇ ਉੱਥੇ ਇੱਕ ਧਮਾਕਾ ਹੁੰਦਾ ਸੀਗਾ ਤੇ ਉਹ ਡਰ ਜਾਂਦੇ ਸੀਗੇ। ਜਿੱਦਾਂ ਹੀ ਸਾਇਰਨ ਵੱਜਦਾ ਸੀਗਾ ਤੇ ਉਹਨਾਂ ਨੂੰ ਬੰਕਰ ਦੇ ਵਿੱਚ ਜਾਣਾ ਪੈਂਦਾ ਸੀਗਾ ਜਿੱਥੇ ਕਿ ਉਹ ਪੂਰੀ ਰਾਤ ਹੀ ਬੰਕਰ ਦੇ ਵਿੱਚ ਰਹਿੰਦੇ ਸੀ ਔਰ ਸਵੇਰੇ ਮਾਰਨਿੰਗ ਦੇ ਵਿੱਚ ਹੀ ਬੰਕਰ ਤੋਂ ਨਿਕਲ ਕੇ ਆਉਂਦੇ ਸੀਗੇ। ਕਿਸ ਤਰ੍ਹਾਂ ਉਹ ਨਿਕਲੇ ਉੱਥੋਂ ਖਾਰਕੀਵ ਤੋਂ? ਖਾਰਕੀਵ ਤੋਂ ਨਿਕਲਣਾ ਵੀ ਇੱਕ ਯੁੱਧ ਸੀਗਾ ਜੀ ਉਹਨਾਂ ਵਾਸਤੇ। ਪਹਿਲਾਂ ਤਾਂ ਚਲਦੀ ਗੋਲੀਬਾਰੀ ਦੇ ਵਿੱਚ ਨਿਕਲਣਾ ਬਹੁਤ ਮੁਸ਼ਕਿਲ ਹੈਗਾ ਤੇ ਉਹਨਾਂ ਨੇ ਹਿੰਮਤ ਕੀਤੀ ਔਰ ਉਹ ਸਟੇਸ਼ਨ ਪਹੁੰਚੀਆਂ। ਸਟੇਸ਼ਨ ਪਹੁੰਚਣ ਤੋਂ ਬਾਅਦ ਉਹ ਟ੍ਰੇਨ ਨਹੀਂ ਫੜ ਸਕੀਆਂ, ਦੂਜੀ ਟ੍ਰੇਨ ਵੀ ਨਹੀਂ ਫੜ ਸਕੀਆਂ। ਫਿਰ ਉਹਨਾਂ ਨੂੰ $100 ਪੇ ਕਰਨਾ ਪਿਆ ਸਿਰਫ ਟ੍ਰੇਨ ਦੇ ਵਿੱਚ ਚੜ੍ਹਨ ਵਾਸਤੇ। ਹਾਲਾਤ ਇੱਦਾਂ ਦੇ ਉੱਥੇ ਹੋ ਗਏ ਕਿ ਮਤਲਬ ਆਮ ਆਦਮੀ ਉੱਥੇ ਟ੍ਰੇਨ ਦੇ ਵਿੱਚ ਚੜ੍ਹ ਵੀ ਨਹੀਂ ਸਕਦਾ। ਸਿਰਫ ਇੱਕ ਜੀਨ ਦੀ ਪੈਂਟ ਲੈ ਕੇ ਉਹ ਆ ਰਹੀ ਹੈ ਔਰ ਬੈਕਪੈਕ ਹੈਗਾ ਉਹਦੇ ਕੋਲ, ਸਿਰਫ ਉਹਦੇ ਵਿੱਚ ਜੀਨ ਦੀ ਪੈਂਟ ਹੈ ਔਰ ਉਹਦੇ ਡਾਕੂਮੈਂਟਸ ਹੈ, ਬਾਕੀ ਸਾਰਾ ਕੁਝ ਉਹ ਉੱਥੇ ਛੱਡ ਕੇ ਆ ਰਹੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਸਿਮਰਨ ਧਾਲੀਵਾਲ। ਰੂਸ ਅਤੇ ਯੂਕਰੇਨ ਦੇ ਯੁੱਧ ਵਿਚਾਲੇ ਯੂਕਰੇਨ ਦੇ ਹਾਲਾਤ ਬਦ ਤੋਂ ਬੱਤਰ ਹੁੰਦੇ ਜਾ ਰਹੇ ਹਨ ਤੇ ਇਸ ਦੇ ਚੱਲਦੇ ਬਹੁਤ ਸਾਰੇ ਭਾਰਤੀ ਵਿਦਿਆਰਥੀ ਯੂਕਰੇਨ ਦੇ ਵਿੱਚ ਫਸੇ ਹੋਏ ਹਨ ਤੇ ਚੰਡੀਗੜ੍ਹ ਦੀ ਇੱਕ ਫੈਮਿਲੀ ਸਾਡੇ ਨਾਲ ਜੁੜੀ ਹੈ ਜਿਨ੍ਹਾਂ ਦੀ ਬੇਟੀ ਇੰਦਰਪ੍ਰੀਤ ਕੌਰ ਯੂਕਰੇਨ ਦੇ ਵਿੱਚ ਫਸੀ ਹੋਈ ਹੈ। ਉਹਨਾਂ ਦੇ ਨਾਲ ਗੱਲ ਕਰਦੇ ਹਾਂ ਤੇ ਹਾਲਾਤ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਤੇ ਕਿਸ ਤਰ੍ਹਾਂ ਦੇਖਦੇ ਹੋ ਯੂਕਰੇਨ ਦੇ ਵਿੱਚ ਇੰਨੀ ਬੰਬਾਰੀ ਹੋ ਰਹੀ ਹੈ, ਗੋਲੀਬਾਰੀ ਹੋ ਰਹੀ ਹੈ ਤੇ ਬੱਚਿਆਂ ਨੂੰ ਤਾਂ ਆਪਾਂ ਘਰ ਦੇ ਵਿੱਚ ਛੋਟੇ ਜਦੋਂ ਦੀਵਾਲੀ ਸਮੇਂ ਪਟਾਕੇ ਚੱਲਦੇ ਆ ਤੇ ਆਪਾਂ ਉਦੋਂ ਹੀ ਇੰਨਾ ਡਰ ਜਾਂਦੇ ਹਾਂ ਕਿ ਕੁਝ ਹੋ ਨਾ ਜਾਵੇ ਤੇ ਇੰਨੇ ਬੰਬ ਧਮਾਕਿਆਂ ਦੇ ਵਿੱਚ ਤੁਹਾਡੀ ਬੱਚੀ ਸੀ ਤਾਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਬਹੁਤ ਮੁਸ਼ਕਿਲ ਹਾਲਾਤ ਰਹੇ हैं ਉਹਨਾਂ ਵਾਸਤੇ ਕਿਉਂਕਿ ਹਰੇਕ 15-20 ਮਿੰਟ ਬਾਅਦ ਖਾਰਕੀਵ ਤੇ ਇੱਕ ਧਮਾਕਾ ਖਾਰਕੀਵ ਦੇ ਸ਼ਹਿਰ ਦੇ ਵਿੱਚ ਸੀਗੇ ਉਹ ਤੇ ਉੱਥੇ ਇੱਕ ਧਮਾਕਾ ਹੁੰਦਾ ਸੀਗਾ ਤੇ ਉਹ ਡਰ ਜਾਂਦੇ ਸੀਗੇ ਔਰ ਜਿੱਦਾਂ ਹੀ ਸਾਇਰਨ ਵੱਜਦਾ ਸੀਗਾ ਤੇ ਉਹਨਾਂ ਨੂੰ ਬੰਕਰ ਦੇ ਵਿੱਚ ਜਾਣਾ ਪੈਂਦਾ ਸੀਗਾ ਜਿੱਥੇ ਕਿ ਉਹ ਪੂਰੀ ਰਾਤ ਹੀ ਬੰਕਰ ਦੇ ਵਿੱਚ ਰਹਿੰਦੇ ਸੀ ਔਰ ਸਵੇਰੇ ਮਾਰਨਿੰਗ ਦੇ ਵਿੱਚ ਹੀ ਬੰਕਰ ਤੋਂ ਨਿਕਲ ਕੇ ਆਉਂਦੇ ਸੀਗੇ ਜੀ। ਤੇ ਮੈਂ ਪੁੱਛਣਾ ਚਾਹੂੰਗੀ ਕਿ ਕਿੰਨਾ ਸਮਾਂ ਹੋ ਗਿਆ ਤੁਹਾਡੀ ਬੇਟੀ ਨੂੰ ਯੂਕਰੇਨ ਦੇ ਵਿੱਚ? ਮੇਰੀ ਬੇਟੀ ਨੂੰ 4 ਸਾਲ ਹੋ ਗਏ ਜੀ ਉੱਥੇ ਗਈ ਨੂੰ। ਇਸ ਟਾਈਮ ਉਹ 4th ਈਅਰ MBBS ਸਟੂਡੈਂਟ ਹੈਗੀ ਹੈ ਜੀ। ਤੇ ਜਿਵੇਂ 4 ਸਾਲ ਦੇ ਵਿੱਚ ਸਭ ਕੁਝ ਸ਼ਾਂਤਮਈ ਸੀ ਤੇ ਅਚਾਨਕ ਇਸ ਤਰ੍ਹਾਂ ਦਾ ਹੋਣਾ ਤੇ ਬੱਚੇ ਦਾ ਫੋਨ ਕਰਕੇ ਦਿਲ ਨੂੰ ਦਹਿਲਾ ਦੇਣ ਵਾਲੀ ਗੱਲ ਦੱਸਣੀ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਜਦੋਂ ਪਹਿਲੀ ਵਾਰ ਤੁਹਾਨੂੰ ਦੱਸਿਆ? ਪਹਿਲੀ ਵਾਰ ਦੱਸਿਆ ਉਹ ਤਾਂ ਸਾਨੂੰ ਘੱਟ ਦੱਸਦੇ, ਸਾਨੂੰ ਖਬਰਾਂ ਤੋਂ ਜ਼ਿਆਦਾ ਮਿਲਦਾ ਸੀ। ਅਸੀਂ ਉਹਨਾਂ ਤੋਂ ਸਿਰਫ ਕਨਫਰਮ ਕਰਦੇ ਸੀ ਕਿ ਬੇਟਾ ਇੱਦਾਂ ਹੋਇਆ। ਉਹ ਕੋਸ਼ਿਸ਼ ਕਰਦੇ ਸੀ ਕਿ ਮਾਂ-ਬਾਪ ਟੈਨਸ਼ਨ ਜ਼ਿਆਦਾ ਨਾ ਕਰਨ ਔਰ ਉੱਥੋਂ ਦੇ ਹਾਲਾਤ ਜਦੋਂ ਫਿਰ ਉਹਨਾਂ ਨੇ ਦੱਸਣੇ ਸ਼ੁਰੂ ਕੀਤੇ ਤਾਂ ਬਹੁਤ ਹੀ ਭਿਆਨਕ ਹਾਲਾਤ ਸੀਗੇ ਉੱਥੋਂ ਦੇ ਜਿਹੜੇ ਕਿ ਮਤਲਬ ਬਿਆਨ ਕਰਨੇ ਵੀ ਮੁਸ਼ਕਿਲ ਹੈਗੇ ਆ। ਔਰ ਬੱਚੇ ਜਿੱਦਾਂ ਰਹਿ ਰਹੇ ਆ, ਛੋਟੇ ਬੱਚੇ ਹੈਗੇ ਆ ਜਿਨ੍ਹਾਂ ਨੂੰ ਮਤਲਬ ਹਜੇ ਕੁਝ ਵੀ ਨਹੀਂ ਦੇਖਿਆ ਹੈਗਾ ਤੇ ਉਹ ਐਕਸਪੈਕਟਡ ਹੀ ਨਹੀਂ ਸੀਗਾ ਉਹਨਾਂ ਵਾਸਤੇ ਕਿ ਇੰਨਾ ਕੁਝ ਸਾਨੂੰ ਦੇਖਣਾ ਪਏਗਾ। ਸਰਕਾਰਾਂ ਦੀ ਕਿੱਥੋਂ ਤੱਕ ਤੁਸੀਂ ਗਲਤੀ ਮੰਨਦੇ ਹੋ ਜਾਂ ਕਹਿ ਸਕਦੇ ਹਾਂ ਕਿ ਸਰਕਾਰਾਂ ਨੇ ਕਿੰਨੀ ਕੁ ਮਦਦ ਕੀਤੀ ਹੈ ਇਸ ਸਭ ਦੇ ਵਿੱਚ? ਸਰਕਾਰ ਦੀ ਗਲਤੀ ਇੰਨੀ ਕੁ ਹੈਗੀ ਉਹਨਾਂ ਨੇ ਐਡਵਾਈਜ਼ਰੀ ਕਿ ਯੂਕਰੇਨ ਛੱਡ ਦਿਓ ਥੋੜ੍ਹੀ ਦੇਰ ਨਾਲ ਕੀਤੀ ਹੈ, ਐਡਵਾਈਜ਼ਰੀ ਬਹੁਤ ਦੇਰ ਨਾਲ ਕੱਢੀ ਹੈ ਉਹਨਾਂ ਨੇ। ਅਗਰ ਇਹੀ ਐਡਵਾਈਜ਼ਰੀ ਪਹਿਲਾਂ ਹੁੰਦੀ ਤਾਂ ਸ਼ਾਇਦ ਬਹੁਤ ਸਾਰੇ ਬੱਚੇ ਪਹਿਲਾਂ ਉਹਨਾਂ ਦੀ ਐਡਵਾਈਸ ਮੰਨਦੇ ਹੋਏ ਬਾਹਰ ਆ ਜਾਂਦੇ। ਹੈਲਪ ਵਾਸਤੇ ਤਾਂ ਬੇਸਿਕਲੀ ਸਾਰੇ ਬੱਚੇ ਖੁਦ ਦੀ ਹੈਲਪ ਖੁਦ ਹੀ ਕਰ ਰਹੇ ਨੇ। ਉੱਥੇ ਤੱਕ ਸਰਕਾਰ ਪਹੁੰਚ ਹੀ ਨਹੀਂ ਸਕਦੀ ਜਿੱਥੇ ਵਾਰ ਹੈਗੀ ਆ। ਸਰਕਾਰ ਸਿਰਫ ਯੂਰੋਪੀਅਨ ਸਾਈਡ 'ਤੇ ਵੈਸਟਰਨ ਸਾਈਡ 'ਤੇ ਹੈਗੀ ਆ ਔਰ ਜਿੱਥੇ ਜੰਗ ਲੱਗੀ ਹੋਈ ਹੈ ਉਹ ਈਸਟ ਸਾਈਡ ਆ, ਤਕਰੀਬਨ ਯੂਰਪ ਤੋਂ 1200-1400 ਕਿਲੋਮੀਟਰ ਦੂਰ ਹੈਗੀ ਹੈ ਜੀ। ਕਿਸ ਤਰ੍ਹਾਂ ਉਹ ਨਿਕਲੇ ਉੱਥੋਂ ਖਾਰਕੀਵ ਤੋਂ? ਕੁਛ ਇਸ ਬਾਰੇ ਜ਼ਰੂਰ ਦੱਸੋ। ਖਾਰਕੀਵ ਤੋਂ ਨਿਕਲਣਾ ਵੀ ਇੱਕ ਯੁੱਧ ਸੀਗਾ ਜੀ ਉਹਨਾਂ ਵਾਸਤੇ। ਪਹਿਲਾਂ ਤਾਂ ਚਲਦੀ ਗੋਲੀਬਾਰੀ ਦੇ ਵਿੱਚ ਨਿਕਲਣਾ ਬਹੁਤ ਮੁਸ਼ਕਿਲ ਹੈਗਾ ਤੇ ਉਹਨਾਂ ਨੇ ਹਿੰਮਤ ਕੀਤੀ ਔਰ ਉਹ ਸਟੇਸ਼ਨ ਪਹੁੰਚੀਆਂ। ਸਟੇਸ਼ਨ ਪਹੁੰਚਣ ਤੋਂ ਬਾਅਦ ਉਹ ਟ੍ਰੇਨ ਨਹੀਂ ਫੜ ਸਕੀਆਂ, ਦੂਜੀ ਟ੍ਰੇਨ ਵੀ ਨਹੀਂ ਫੜ ਸਕੀਆਂ। ਫਿਰ ਉਹਨਾਂ ਨੂੰ $100 ਪੇ ਕਰਨਾ ਪਿਆ ਸਿਰਫ ਟ੍ਰੇਨ ਦੇ ਵਿੱਚ ਚੜ੍ਹਨ ਵਾਸਤੇ ਤੇ ਉਹ ਹਾਲਾਤ ਇੱਦਾਂ ਦੇ ਉੱਥੇ ਹੋ ਗਏ ਕਿ ਮਤਲਬ ਆਮ ਆਦਮੀ ਉੱਥੇ ਟ੍ਰੇਨ ਦੇ ਵਿੱਚ ਚੜ੍ਹ ਵੀ ਨਹੀਂ ਸਕਦਾ। ਸਿਰਫ ਇੱਕ ਜੀਨ ਦੀ ਪੈਂਟ ਲੈ ਕੇ ਉਹ ਆ ਰਹੀ ਹੈ ਔਰ ਬੈਕਪੈਕ ਹੈਗਾ ਉਹਦੇ ਕੋਲ, ਸਿਰਫ ਉਹਦੇ ਵਿੱਚ ਜੀਨ ਦੀ ਪੈਂਟ ਹੈ ਔਰ ਉਹਦੇ ਡਾਕੂਮੈਂਟਸ ਹੈ, ਬਾਕੀ ਸਾਰਾ ਕੁਝ ਉਹ ਉੱਥੇ ਛੱਡ ਕੇ ਆ ਰਹੀ ਹੈ। ਕੁਝ ਖਾਇਆ ਪਿਆ ਤੁਸੀਂ? ਤੁਹਾਡੀ ਜਦੋਂ ਗੱਲ ਹੋਈ ਪੁੱਛਿਆ ਤੁਸੀਂ ਕਿ ਕੁਝ ਖਾਧਾ ਉਹਨੇ ਜਾਂ ਫਿਰ ਮਤਲਬ ਕਿਸ ਤਰ੍ਹਾਂ ਦੇ ਹਾਲਾਤਾਂ 'ਚੋਂ ਨਿਕਲੇ? ਅੱਜ ਉਹ ਲਵੀਵ ਇੱਕ ਸਿਟੀ ਹੈ ਯੂਕਰੇਨ ਦਾ, ਉੱਥੇ ਪਹੁੰਚੀ ਹੈ
ਤਾਂ ਜਦੋਂ ਮੈਂ ਉਹਨੂੰ ਕਿਹਾ ਬੇਟਾ ਤੁਸੀਂ ਕੁਝ ਫਰੈਸ਼ ਹੋ ਕੇ ਕੁਝ ਖਾ ਪੀ ਲਓ, ਤਾਂ ਉਹਦੇ ਮੂੰਹ 'ਚੋਂ ਨਿਕਲ ਗਿਆ ਡੈਡੀ 2 ਦਿਨ ਹੋ ਗਏ ਕੁਝ ਖਾਧਾ ਨਹੀਂ ਹੈ। ਪਹਿਲਾਂ ਤਾਂ ਉਹ ਸਾਨੂੰ ਨਹੀਂ ਦੱਸ ਰਹੀ ਸੀ, ਪਰ ਅਚਾਨਕ ਉਹਦੇ ਮੂੰਹ 'ਚੋਂ ਇਹ ਨਿਕਲਿਆ ਡੈਡੀ 2 ਦਿਨ ਹੋ ਗਏ ਕੁਝ ਖਾਧਾ ਨਹੀਂ ਹੈ, ਯਸ ਅਸੀਂ ਖਾ ਲੈਂਦੇ ਹਾਂ, 2 ਦਿਨ ਹੋ ਗਏ ਕੁਝ ਖਾਧਾ ਨਹੀਂ। ਤਾਂ ਇਸ ਤੋਂ ਅਸੀਂ ਸੋਚ ਸਕਦੇ ਹਾਂ ਕਿ ਉਹਨਾਂ ਨੇ 2 ਦਿਨ ਤੋਂ ਕੁਝ ਖਾਧਾ ਹੀ ਨਹੀਂ ਹੋਏਗਾ ਜਿਹੜਾ ਉਹਨੇ ਬੋਲ ਦਿੱਤਾ। ਸਾਡੇ ਨਾਲ ਇੰਦਰਪ੍ਰੀਤ ਦੇ ਮਾਤਾ ਜੀ ਨੇ, ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਮੈਮ, ਹੁੰਦਾ ਨਾ ਕਿ ਜਿਵੇਂ ਕਿ ਆਪਣੀ ਧੀ ਨੂੰ ਥੋੜ੍ਹੀ ਜਿਹੀ ਵੀ ਸੱਟ ਲੱਗ ਜਾਂਦੀ ਹੈ ਤਾਂ ਜਿਵੇਂ ਆਪਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਆਪਾਂ ਉੱਠ ਕੇ ਉਹਨੂੰ ਦੇਖਦੇ ਹਾਂ, ਹੈ ਨਾ। ਤਾਂ ਉਹ ਇੰਨੀ ਦੂਰ ਸੀ ਤੁਹਾਡੇ ਤੋਂ, ਅਤੇ ਤੁਹਾਨੂੰ ਪਤਾ ਹੈ ਕਿ ਉੱਥੇ ਕੁਝ ਵੀ ਹੋ ਸਕਦਾ ਹੈ, ਤਾਂ ਇਸ ਨੂੰ ਕਿਵੇਂ ਤੁਸੀਂ ਕੰਟਰੋਲ ਕੀਤਾ? ਬੜਾ ਹੀ ਮੁਸ਼ਕਿਲ ਸੀ ਇਹ ਕੰਟਰੋਲ ਕਰਨਾ, ਪਰ ਇਹ ਵੀ ਸੱਚ ਸੀਗੀ ਕਿ ਅਸੀਂ ਉੱਥੇ ਜਾ ਨਹੀਂ ਸਕਦੇ ਸੀਗੇ। ਬਸ ਹੁਣ ਅਸੀਂ ਪ੍ਰੇ ਕਰ ਰਹੇ ਸੀਗੇ ਬੈਠੇ ਕਿ ਬਸ ਬੱਚਿਆਂ ਨੂੰ ਕੁਝ ਨਾ ਹੋਏ, ਅਤੇ ਉਹ ਉੱਥੇ ਜਿਹੜਾ ਵੀ ਇਹ ਵਾਪਰ ਰਿਹਾ ਉਹ ਆਪਣੀ ਹਿੰਮਤ ਨਾਲ ਉਹਦਾ ਸਾਹਮਣਾ ਕਰਨ। ਦਿਨ ਰਾਤ ਤੁਸੀਂ ਸੋਚਾਂ ਦੇ ਵਿੱਚ ਲੰਘ ਗਈ ਹੋਏਗੀ, ਮੈਂ ਸਮਝ ਸਕਦੀ ਹਾਂ, ਹੈ ਨਾ। ਹਾਂਜੀ, ਦਿਨ ਰਾਤ ਤੁਹਾਡੀਆਂ ਸੋਚਾਂ ਦੇ ਵਿੱਚ ਲੰਘ ਗਈ ਹੋਣੀ ਹੈ ਕਿ ਕੁਝ ਹੋ ਨਾ ਜਾਵੇ ਜਾਂ ਕੁਝ ਵੀ, ਬੱਚਾ ਸੇਫਲੀ ਘਰ ਵਾਪਸ ਆ ਜਾਵੇ। ਹਾਂਜੀ ਹਾਂਜੀ, ਬਸ ਪਾਠ ਹੀ ਕਰਦੇ ਸੀਗੇ, ਅਰਦਾਸ ਕਰਦੇ ਸੀਗੇ, ਹੋਰ ਅਸੀਂ ਕੁਝ ਕਰ ਤੇ ਸਕਦੇ ਨਹੀਂ ਸੀਗੇ। ਉਹ ਬੱਚਿਆਂ ਦੀ ਵੀ ਹਿੰਮਤ ਸੀਗੀ ਜਿਹੜੀ ਉਹ ਆਪਸ 'ਚ ਰਲ ਮਿਲ ਕੇ ਰਹੇ। ਉਹਨਾਂ ਨੇ ਆਪਣਾ ਇਹ ਜਿਹੜਾ ਇਹ ਮੁਸ਼ਕਿਲ ਦੌਰ ਸੀਗਾ ਇਕੱਠੇ ਰਲ ਮਿਲ ਕੇ ਉਹਨੂੰ ਬੜੇ ਅੱਛੇ ਤਰੀਕੇ ਨਾਲ ਹੈਂਡਲ ਕੀਤਾ। ਹੁਣ ਰੱਬ ਦੀ ਮਿਹਰ ਹੈਗੀ ਹੈ ਕਿ ਉਹ ਉਸ ਭਰਾਵਨੇ ਇਨਸੀਡੈਂਟਸ ਤੋਂ ਬਾਹਰ ਨਿਕਲ ਆਈਆਂ। ਜੀ ਸਰ, ਇੱਕ ਪੁੱਛਣਾ ਚਾਹੂੰਗੀ ਕਿ ਜਿਵੇਂ ਤੁਸੀਂ ਕਿਹਾ ਕਿ MBBS ਦੀ ਪੜ੍ਹਾਈ ਦੇ ਲਈ ਤੁਸੀਂ ਉਹਨਾਂ ਨੂੰ ਉੱਥੇ ਭੇਜਿਆ, ਤਾਂ MBBS ਕੀ ਤੁਹਾਨੂੰ ਕਿੰਨਾ ਕੁ ਫ਼ਰਕ ਸਮਝਦੇ ਹੋ ਕਿ ਬਾਹਰ ਵਾਲੀ ਸਟੱਡੀ ਅਤੇ ਆਪਣੇ ਪੰਜਾਬ ਦੇ ਵਿੱਚ ਜਿਹੜੀ ਸਟੱਡੀ ਹੁੰਦੀ ਹੈ ਉਹਦੇ ਵਿੱਚ? ਦੇਖੋ, MBBS ਤਾਂ ਇੱਕੋ ਹੀ ਹੈਗੀ ਹੈ, ਕਿਉਂਕਿ ਉਹਨਾਂ ਨੇ ਬੋਡੀ ਬਾਰੇ ਹੀ ਪੜ੍ਹਾਉਣਾ, ਉਹਦੇ 'ਚ ਤਾਂ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈ। ਬੇਸਿਕਲੀ ਇੰਡੀਆ ਜਾਂ ਪੰਜਾਬ ਦੇ ਵਿੱਚ ਆਪਣੇ ਐਡਮਿਸ਼ਨਾਂ ਨਹੀਂ ਮਿਲਦੀਆਂ ਹੈਗੀਆਂ, ਕਿਉਂਕਿ ਕਾਲਜ ਬਹੁਤ ਜ਼ਿਆਦਾ ਘੱਟ ਨੇ ਔਰ ਬਹੁਤ ਜ਼ਿਆਦਾ ਬੱਚੇ ਨੇ ਜਿਹੜੇ MBBS ਕਰਨਾ ਚਾਹੁੰਦੇ ਹੁੰਦੇ ਕਿ ਤਕਰੀਬਨ ਹਰ ਇੱਕ ਸਾਲ 15 ਲੱਖ ਬੱਚਾ ਨੀਟ ਦਾ ਐਗਜ਼ਾਮ ਦਿੰਦਾ ਹੈ, ਜਿਹਦੇ ਵਿੱਚੋਂ ਕਿ ਇਹ ਤਕਰੀਬਨ ਲੱਖ ਬੱਚਾ ਹੀ MBBS ਦੀ ਐਡਮਿਸ਼ਨ ਇੱਥੇ ਮਿਲਦੀ ਹੈ ਔਰ ਉਹਨਾਂ ਵਿੱਚੋਂ ਵੀ ਕੁਛ ਨੂੰ ਪੇਡ ਸੀਟਸ ਮਿਲਦੀਆਂ ਨੇ। ਅਤੇ ਉੱਥੇ MBBS ਦੀ ਸਟੱਡੀ ਯੂਰੋਪੀਅਨ ਸਟਾਈਲ ਨਾਲ ਹੁੰਦੀ ਹੈ, ਪਲੱਸ ਇੰਗਲਿਸ਼ ਮੀਡੀਅਮ 'ਚ ਹੈਗੀ ਹੈ, ਅਤੇ ਇਸ ਕਰਕੇ ਬਹੁਤ ਸਾਰੇ ਬੱਚੇ ਉੱਥੇ ਜਾਣਾ ਪਸੰਦ ਕਰਦੇ ਨੇ ਕਿ ਅਸੀਂ ਯੂਕਰੇਨ ਜਾ ਕੇ MBBS ਕਰੀਏ। ਕੀ ਘਾਟ ਸਮਝਦੇ ਹੋ ਤੁਸੀਂ ਪੰਜਾਬ ਦੇ ਵਿੱਚ ਸਿੱਖਿਆ ਪ੍ਰਣਾਲੀ ਨੂੰ ਲੈ ਕੇ? ਘਾਟ ਤਾਂ ਇਹ ਹੈ ਕਿ MBBS ਦੇ ਕਾਲਜ ਬਣਾਏ ਜਾਣ, ਬੱਚਿਆਂ ਨੂੰ ਨਾ ਬਾਹਰ ਨਾ ਜਾਣਾ ਪਵੇ। ਇੱਥੇ ਹੀ ਜਿੰਨੇ ਪੈਸੇ ਅਸੀਂ ਉੱਥੇ ਪੇ ਕਰਕੇ ਬੱਚਿਆਂ ਨੂੰ ਡਿਗਰੀ ਕਰਾ ਰਹੇ, ਅਗਰ ਇੱਥੇ ਉਨੇ 'ਚ ਹੀ ਅਗਰ ਇੱਥੇ ਹੁੰਦੀ ਤਾਂ ਸਾਨੂੰ ਕੋਈ ਉਹਦੇ 'ਚ ਅੱਛਾ ਲੱਗੇਗਾ ਔਰ ਸਾਰੇ ਪੇਰੈਂਟਸ ਚਾਹਣਗੇ ਕਿ ਉਹਨਾਂ ਦਾ ਬੱਚਾ ਇੱਥੇ ਰਹਿ ਕੇ, ਉਹਨਾਂ ਕੋਲ ਰਹਿ ਕੇ ਹੀ ਉਹਨਾਂ ਦੀ ਡਿਗਰੀ ਕਰੇ ਔਰ ਆਪਣੇ ਦੇਸ਼ ਦੀ ਸੇਵਾ ਕਰੇ। ਜੀ, ਕਿੰਨੀ ਕੁ ਰਾਹਤ ਮਹਿਸੂਸ ਹੋ ਰਹੀ ਹੈ? ਕਿਉਂਕਿ ਬਹੁਤ ਸਾਰੇ ਬੱਚੇ ਉੱਥੇ ਫਸੇ ਹੋਏ ਹੈ, ਕੁਝ ਬੱਚਿਆਂ ਦੇ ਵਿੱਚ ਤਾਂ ਹੌਸਲਾ ਹੀ ਨਹੀਂ ਪੈਦਾ ਹੋ ਰਿਹਾ ਕਿ ਉਹ ਇੱਕ ਥਾਂ ਤੋਂ ਦੂਜੇ ਥਾਂ 'ਤੇ ਮੂਵ ਹੋ ਜਾਣ। ਤੁਹਾਡੀ ਬੇਟੀ ਨੇ ਚਲੋ ਇੱਕ ਥਾਂ ਤੋਂ ਦੂਜੀ ਥਾਂ 'ਤੇ ਉਹ ਮੂਵ ਹੋ ਗਈ ਹੈ, ਕਿਸ ਤਰ੍ਹਾਂ ਦੀ ਰਾਹਤ ਮਹਿਸੂਸ ਕਰਦੇ ਹੋ? ਰਾਹਤ ਤਾਂ ਦੇਖੋ ਜੀ, ਦੁਪਹਿਰ ਤੋਂ ਬਾਅਦ ਬਹੁਤ ਜ਼ਿਆਦਾ ਅਸੀਂ ਰਾਤੀ 2 ਵਜੇ ਤੱਕ 3 ਵਜੇ ਤੱਕ ਬੈਠੇ ਰਹਿੰਦੇ ਸੀਗੇ, ਸੌਂਦੇ ਨਹੀਂ ਸੀ। ਰਾਤੀ ਵੀ ਉਹ ਜਿਹੜੀ ਉਹਨਾਂ ਦੀ ਟ੍ਰੇਨ ਸੀਗੀ ਖਾਰਕੀਵ ਤੋਂ ਕੀਵ ਸਾਈਡ 'ਤੇ ਜਾਣੀ ਸੀਗੀ ਔਰ ਅਸੀਂ ਮਤਲਬ ਰੱਬ ਅੱਗੇ ਅਰਦਾਸ ਹੀ ਕਰਦੇ ਰਹੇ ਜਦ ਤੱਕ ਉਹ ਕੀਵ ਨਹੀਂ ਪਹੁੰਚੇ। ਕੀਵ ਕ੍ਰੋਸ ਨਹੀਂ ਕਰ ਲਿਆ ਉਹਨਾਂ ਨੇ ਕਿ ਜਸਟ ਕੀਵ ਕ੍ਰੋਸ ਕਰ ਜਾਣ, ਉਸ ਤੋਂ ਬਾਅਦ ਅਸੀਂ ਸੋ ਪਾਏ ਹਾਂ। ਔਰ ਰਾਤੀ ਤਕਰੀਬਨ 3:30 4 ਵਜੇ ਉਹਨਾਂ ਨੇ ਕੀਵ ਕ੍ਰੋਸ ਕੀਤਾ ਔਰ ਉਸ ਤੋਂ ਬਾਅਦ ਫਿਰ ਅਸੀਂ ਸੋਏ ਹਾਂ। ਇਹ ਮਤਲਬ ਸਭ ਤੋਂ ਵੱਡੀ ਇਹੀ ਹੈ ਕਿ ਟਰੋਮਾ, ਕਿ ਅਸੀਂ ਉਹ ਚੀਜ਼ ਨੂੰ ਫੇਸ ਹੀ ਨਹੀਂ ਕਰ ਪਾ ਰਹੇ ਸੀਗੇ ਕਿ ਕੀ ਹੋ ਰਿਹਾ ਹੈ। ਜੀ, ਕਦੋਂ ਤੱਕ ਆ ਜਾਏਗੀ ਤੁਹਾਡੀ ਬੇਟੀ ਵਾਪਸ, ਕੁਛ ਅੰਦਾਜ਼ਾ ਹੈ? 2 ਜਾਂ 3 ਦਿਨ ਦੇ ਵਿੱਚ ਆ ਜਾਏਗੀ ਵਾਪਸ। ਜੀ, ਇੱਕ ਅਪੀਲ ਮੈਂ ਚਾਹੂੰਗੀ ਕਿ ਇੱਕ ਅਪੀਲ ਤੁਸੀਂ ਮਾਪਿਆਂ ਨੂੰ ਤੇ ਸਾਡੀ ਗੌਰਮੈਂਟ ਨੂੰ ਜ਼ਰੂਰ ਕਰੋ ਕਿ ਵੀ ਬੱਚੇ ਜਿਹੜੇ ਸਹੀ ਸਲਾਮਤ ਵਾਪਸ ਆ ਜਾਣ। ਗੌਰਮੈਂਟ ਅੱਗੇ ਤਾਂ ਅਪੀਲ ਇਹੀ ਹੈ, ਜਿਹੜੇ ਉਹ ਸਟੈਪਸ ਚੱਕ ਰਹੀ ਹੈ, ਬਹੁਤ ਸਾਰੇ ਸਟੈਪਸ ਐਪਰੀਸ਼ੀਏਬਲ ਨੇ, ਪਰ ਜਿਹੜੀ ਜਿੱਥੇ ਵਾਰ ਜ਼ੋਨ ਹੈਗਾ ਉੱਥੇ ਗੌਰਮੈਂਟ ਦਾ ਹਜੇ ਤੱਕ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਿਆ, ਨਾ ਵੀ ਪਹੁੰਚ ਵੀ ਨਹੀਂ ਸਕਦਾ ਕਿਉਂਕਿ ਲੜਾਈ ਲੱਗੀ ਹੋਈ ਹੈ। ਅਤੇ ਇਹੀ ਅਪੀਲ ਹੈ ਗੌਰਮੈਂਟ ਅੱਗੇ ਕਿ ਜਿਹੜੇ ਵੈਸਟ ਸਾਈਡ 'ਤੇ ਖਾਰਕੀਵ ਕੀਵ ਸਾਈਡ 'ਤੇ ਬੱਚੇ ਸੁਮੀ ਸਾਈਡ 'ਤੇ ਫਸੇ ਹੋਏ ਨੇ, ਉਹਨਾਂ ਨੂੰ ਕੱਢਣ ਵਾਸਤੇ ਡਿਪਲੋਮੈਟਿਕ ਟਾਕਸ ਨੂੰ ਬਹੁਤ ਜ਼ਿਆਦਾ ਤੇਜ਼ ਕਰੇ, ਤਾਂ ਕਿ ਬੱਚੇ ਜਿਹੜੇ ਮੈਂਟਲ ਉਹਨਾਂ ਦੀ ਸਟੇਟਸ ਹੈਗਾ, ਦਿਮਾਗ 'ਤੇ ਉਹਨਾਂ ਦੇ ਅਸਰ ਪੈ ਰਿਹਾ, ਉਹ ਨਾ ਪਵੇ ਔਰ ਉਹ ਜਿਹੜੇ ਡਰ ਦੇ ਵਿੱਚ, ਡਰਾਵਨੇ ਮਾਹੌਲ ਦੇ ਵਿੱਚ ਬੈਠੇ ਆ, ਜਲਦੀ ਜਲਦੀ ਉਸ ਮਾਹੌਲ ਤੋਂ ਬਾਹਰ ਨਿਕਲ ਸਕਣ। ਜੀ, ਧੰਨਵਾਦ। ਬਹੁਤ ਸਾਰੇ ਵਿਦਿਆਰਥੀ ਯੂਕਰੇਨ ਦੇ ਵਿੱਚ ਫਸੇ ਹੋਏ ਹਨ ਅਤੇ ਰਾਹਤ ਵਾਲੀ ਖਬਰ ਹੈ ਕਿ ਇੰਦਰਪ੍ਰੀਤ ਇੱਥੇ ਕੁਝ ਸਮੇਂ ਦੇ ਵਿੱਚ, ਕੁਝ ਦਿਨਾਂ ਦੇ ਲਈ, ਕੁਝ ਦਿਨਾਂ ਦੇ ਬਾਅਦ ਵਾਪਸ ਆ ਜਾਵੇਗੀ। ਇਹ ਰਾਹਤ ਭਰੀ ਖਬਰ ਹੈ। ਹੁਣ ਦੇਖਦੇ ਹਾਂ ਕਿ ਸਰਕਾਰ ਦੇ ਵੱਲੋਂ ਬਾਕੀ ਜਿਹੜੇ ਵਿਦਿਆਰਥੀ ਯੂਕਰੇਨ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਕਦ ਤੱਕ ਉਹ ਯੂਕਰੇਨ ਦੇ ਵਿੱਚੋਂ ਕੱਢ ਲਿਆਵੇਗੀ। ਕੈਮਰਾਮੈਨ ਮੋਹਨ ਦੇ ਨਾਲ ਮੈਂ ਸਿਮਰਨ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਮੈਂ ਡਾਕਟਰ ਪਰਮਪ੍ਰੀਤ ਨਾਗਪਾਲ ਹਸਪੀਟਲ ਵੱਲੋਂ ਇੱਕ ਖੁਸ਼ਖਬਰੀ ਲੈ ਕੇ ਆਇਆ। 15 ਫਰਵਰੀ 2022 ਤੋਂ ਲੈ ਕੇ 15 ਮਾਰਚ ਤੱਕ ਗੋਡੇ ਬਦਲਣ ਦਾ ਇੱਕ ਵਿਸ਼ਾਲ ਕੈਂਪ ਲੱਗ ਰਿਹਾ ਹੈ, ਜਿਸ ਵਿੱਚ ਕਿ ਡਿਸਕਾਊਂਟਡ ਪ੍ਰਾਈਸ ਤੇ ਗੋਡੇ ਬਦਲੇ ਜਾਣਗੇ। 1 ਲੱਖ ਤੋਂ ਸਾਰਾ ਪੈਕੇਜ ਸ਼ੁਰੂ ਹੋ ਜਾਏਗਾ, ਜਿਸ ਵਿੱਚ ਕਿ ਮੈਡੀਸਿਨ, ਰਹਿਣਾ ਅਤੇ ਟੈਸਟਾਂ ਦਾ ਖਰਚਾ ਵਿੱਚ ਹੀ ਆਏਗਾ। ਕੰਪਿਊਟਰ ਨੈਵੀਗੇਸ਼ਨ ਨਾਲ ਗੋਡੇ ਬਦਲਣ ਦੀ ਸੁਵਿਧਾ ਵੀ ਇਸ ਕੈਂਪ 'ਚ ਉਪਲਬਧ ਹੋਵੇਗੀ। ਜੋ ਵੀ ਇਸ 'ਚ ਰਜਿਸਟ੍ਰੇਸ਼ਨ ਕਰਵਾਉਂਦੇ ਨੇ ਉਹ 2022 ਦੇ ਵਿੱਚ ਕਦੀ ਵੀ ਇਸੇ ਪ੍ਰਾਈਸ ਤੇ ਆਪਰੇਸ਼ਨ ਕਰਵਾ ਸਕਦੇ ਨੇ। ਬਹੁਤ ਬਹੁਤ ਧੰਨਵਾਦ।